ओम शांति। अज है 21/5/2022 ਦੀ ਸਾਕਾਰ ਬਾਪ ਦਾਦਾ ਜੀ ਦੀ ਮੁਰਲੀ। ਅੱਜ ਬਾਪ ਦਾਦਾ ਜੀ ਨੇ ਆਖਿਆ, ਮਿੱਠੇ ਬੱਚੇ, ਸ਼੍ਰੀਮਤ ਵਿੱਚ ਕਦੇ ਵੀ ਮਨਮਤ ਮਿਕਸ ਨਹੀਂ ਕਰਨਾ। ਮਨਮਤ ਤੇ ਚੱਲਣਾ ਮਾਨਾ ਆਪਣੀ ਤਕਦੀਰ ਨੂੰ ਲਕੀਰ ਲਗਾਉਣਾ। ਪ੍ਰਸ਼ਨ ਹੈਗਾ, ਬੱਚਿਆਂ ਨੂੰ ਬਾਪ ਤੋਂ ਕਿਹੜੀ ਉਮੀਦ ਨਹੀਂ ਰੱਖਣੀ ਚਾਹੀਦੀ? ਉੱਤਰ ਹੈਗਾ, ਕਈ ਬੱਚੇ ਆਖਦੇ ਸਨ, ਬਾਬਾ ਸਾਡੀ ਬਿਮਾਰੀ ਨੂੰ ਠੀਕ ਕਰ ਦਿਓ, ਸਾਡੇ ਉੱਤੇ ਕੁਝ ਕਿਰਪਾ ਕਰ ਦਿਓ। ਬਾਬਾ ਆਖਦੇ ਸਨ, ਇਹ ਤਾਂ ਤੁਹਾਡੇ ਪੁਰਾਣੇ ਆਰਗਨ ਸਨ, ਥੋੜ੍ਹੀ ਬਹੁਤ ਤਕਲੀਫ ਤਾਂ ਹੋਵੇਗੀ ਹੀ। ਇਸ ਲਈ ਬਾਬਾ ਕੀ ਕਰੇ? ਕੋਈ ਮਰ ਗਿਆ, ਦਵਾਲਾ ਨਿਕਲ ਗਿਆ ਤਾਂ ਇਸ ਵਿੱਚ ਬਾਬਾ ਕਿਰਪਾ ਨਹੀਂ ਕਰਦੇ। ਬਾਪ ਕੋਲੋਂ ਕਿਰਪਾ ਨਹੀਂ ਮੰਗਣੀ। ਇਹ ਤੇ ਤੁਹਾਡਾ ਹਿਸਾਬ ਕਿਤਾਬ ਸਨ। ਹਾਂ, ਯੋਗ ਬਲ ਤੋਂ ਤੁਸੀਂ ਆਯੂ ਵਧਾ ਸਕਦੇ ਹੋ। ਜਿੰਨਾ ਹੋ ਸਕੇ ਯੋਗ ਬਲ ਨਾਲ ਕੰਮ ਲੈਣਾ ਚਾਹੀਦਾ ਏ। ਗੀਤ ਹੈਗਾ, ਤੁਸੀਂ ਰਾਤ ਗਵਾਈ ਸੋਏ ਕੇ, ਦਿਵਸ ਗਵਾਇਆ ਖਾ ਕੇ। ਓਮ ਸ਼ਾਂਤੀ। ਬੱਚਿਆਂ ਨੂੰ ਓਮ ਦਾ ਅਰਥ ਵੀ ਦੱਸਿਆ ਗਿਆ ਹੈ। ਐਵੇਂ ਨਹੀਂ ਕਿ ਓਮ ਮੰਨਾ ਭਗਵਾਨ। ਓਮ ਮਾਨਿਆ ਹੀ ਅਹਮ ਆਤਮਾ ਮਮ ਸ਼ਰੀਰ। ਮੈਂ ਕੌਣ? ਮੇਰੇ ਇਹ ਆਰਗਨਸ ਸਨ। ਬਾਪ ਵੀ ਆਖਦੇ ਸਨ ਅਹਮ ਆਤਮਾ, ਪਰੰਤੂ ਮੈਂ ਪਰਮ ਆਤਮਾ ਯਾਨੀ ਪਰਮਾਤਮਾ ਸਨ। ਉਹ ਸਨ ਪਰਮ ਧਾਮ ਨਿਵਾਸੀ ਪਰਮ ਪਿਤਾ ਪਰਮਾਤਮਾ। ਆਖਦੇ ਸਨ, ਮੈਂ ਇਸ ਸਰੀਰ ਦਾ ਮਾਲਿਕ ਨਹੀਂ ਸਾਂ। ਮੈਂ ਕ੍ਰੀਏਟਰ, ਡਾਇਰੈਕਟਰ, ਐਕਟਰ ਕਿਵੇਂ ਹੁੰਦਾ ਸਾਂ? ਇਹ ਸਮਝਣ ਦੀਆਂ ਗੱਲਾਂ ਸਨ। ਮੈਂ ਸਵਰਗ ਦਾ ਰਚయిਤਾ ਜ਼ਰੂਰ ਹਾਂ। ਸਤਯੁਗ ਰਚ ਕੇ ਕਲਯੁਗ ਦਾ ਵਿਨਾਸ਼ ਵੀ ਜ਼ਰੂਰ ਮੈਂ ਹੀ ਕਰਵਾਉਣਾ ਹਾਂ। ਮੈਂ ਕਰਨ ਕਰਾਵਣ ਹਾਰ ਹੋਣ ਕਾਰਨ ਮੈਂ ਕਰਵਾਉਂਦਾ ਹਾਂ। ਇਹ ਕੌਣ ਆਖਦੇ ਸਨ? ਪਰਮ ਪਿਤਾ ਪਰਮਾਤਮਾ। ਫਿਰ ਆਖਦੇ ਸਨ, ਮੈਂ ਬ੍ਰਹਮਾਂਡ ਦਾ ਮਾਲਿਕ ਹਾਂ। ਬ੍ਰਹਮਾਂਡ ਦੇ ਮਾਲਿਕ ਤੁਸੀਂ ਬੱਚੇ ਵੀ ਹੋ। ਜਦੋਂ ਬਾਪ ਜੀ ਦੇ ਰਥ ਵਿੱਚ ਰਹਿੰਦੇ ਸਨ, ਉਸ ਨੂੰ ਸਵੀਟ ਓਮ ਵੀ ਆਖਿਆ ਜਾਂਦਾ ਹੈ। ਫਿਰ ਜਦੋਂ ਸ੍ਰਿਸ਼ਟੀ ਰਚੀ ਜਾਂਦੀ ਹੈ ਤੇ ਪਹਿਲਾਂ ਬ੍ਰਾਹਮਣ ਰਚਦੇ ਸਨ, ਜਿਹੜੇ ਫਿਰ ਦੇਵਤਾ ਬਣਦੇ ਸਨ। ਫਿਰ ਪੂਰੇ 84 ਜਨਮ ਵੀ ਲੈਂਦੇ ਸਨ। ਸ਼ਿਵ ਬਾਬਾ ਐਵਰ ਪੂਜਯ ਸਨ। ਆਤਮਾ ਨੂੰ ਤਾਂ ਪੁਨਰ ਜਨਮ ਲੈਣਾ ਹੀ ਪੈਂਦਾ ਏ। ਬਾਕੀ 84 ਲੱਖ ਤਾਂ ਕੋਈ ਹੋ ਨਾ ਸਕਣ। ਬਾਪ ਆਖਦੇ ਸਨ, ਤੁਸੀਂ ਆਪਣੇ ਜਨਮਾਂ ਨੂੰ ਨਹੀਂ ਜਾਣਦੇ। ਮੈਂ ਹੀ ਤੁਹਾਨੂੰ ਆ ਕੇ ਦੱਸਦਾ ਹਾਂ। 84 ਦਾ ਚੱਕਰ ਕਿਵੇਂ ਲਗਾਉਂਦੇ ਹੋ, ਇਹ ਵੀ ਮੈਂ ਹੀ ਆ ਕੇ ਦੱਸਦਾ ਹਾਂ। 84 ਲੱਖ ਨਹੀਂ ਹੈਗੇ। ਇਸ ਚੱਕਰ ਨੂੰ ਯਾਦ ਕਰਨ ਨਾਲ ਹੀ ਤੁਸੀਂ ਚੱਕਰਵਰਤੀ ਰਾਜਾ ਬਣਦੇ ਹੋ। ਹੁਣ ਬਾਪ ਆਖਦੇ ਹਨ, ਮਾਮੇਕਮ ਯਾਦ ਕਰੋ। ਦੇਹ ਸਹਿਤ ਦੇਹ ਦੇ ਸਾਰੇ ਸੰਬੰਧਾਂ ਨੂੰ ਭੁੱਲ ਜਾਓ। ਹੁਣ ਤੁਹਾਡਾ ਇਹ ਅੰਤਿਮ ਜਨਮ ਸਨ। ਜਦੋਂ ਤੱਕ ਇਹ ਗੱਲ ਬੁੱਧੀ ਵਿੱਚ ਨਹੀਂ ਆਈ ਸਨ, ਤਾਂਹੋਂ ਤੱਕ ਸਮਝਣਗੇ ਨਹੀਂ। ਇਹ ਤੁਹਾਡਾ ਪੁਰਾਣਾ ਸਰੀਰ, ਪੁਰਾਣੀ ਦੁਨੀਆ ਸਨ। ਇਹ ਦੇਹ ਤਾਂ ਖਤਮ ਹੋ ਜਾਣ ਵਾਲੀ ਏ। ਕਹਾਵਤ ਵੀ ਆਖਦੇ ਸਨ, ਆਪ ਮੂਏ ਮਰ ਗਈ ਦੁਨੀਆ। ਇਹ ਪੁਰਸ਼ਾਰਥ ਦਾ ਥੋੜਾ ਜਿਹਾ ਸੰਗਮ ਯੁੱਗ ਹੈ। ਬੱਚੇ ਪੁੱਛਦੇ ਸਨ, ਬਾਬਾ ਇਹ ਗਿਆਨ ਕਦੋਂ ਤੱਕ ਚੱਲੇਗਾ? ਬਾਪ ਆਖਦੇ ਸਨ, ਜਦੋਂ ਤੱਕ ਭਵਿਸ਼ ਦੇਵੀ ਰਾਜਧਾਨੀ ਸਥਾਪਨ ਨਹੀਂ ਹੋ ਜਾਂਦੀ, ਤਬ ਤੱਕ ਸੁਣਾਉਂਦੇ ਹੀ ਰਹਾਂਗੇ। ਇਮਤਿਹਾਨ ਪੂਰਾ ਹੋਵੇਗਾ, ਫਿਰ ਟ੍ਰਾਂਸਫਰ ਹੋਵਾਂਗੇ, ਨਈ ਦੁਨੀਆ ਆਵੇਗੀ, ਤਾਂ ਹੀ ਤਾਂ ਬਾਪ ਜਾਣਗੇ ਨਾ। ਜਦੋਂ ਤੱਕ ਸਰੀਰ ਨੂੰ ਕੁਝ ਨਾ ਕੁਝ ਹੁੰਦਾ ਹੀ ਰਹਿੰਦਾ ਏ। ਇਹ ਸਰੀਰ ਦੇ ਜਿਹੜੇ ਰੋਗ ਸਨ, ਉਹ ਕਰਮ ਭੋਗ ਸਨ। ਬਾਪ ਦਾ ਇਹ ਸਰੀਰ ਕਿੱਡਾ ਪ੍ਰਿਯ ਹੈ। ਤੇ ਥੋੜੀ ਵੀ ਖਾਂਸੀ ਆਦਿ ਹੁੰਦੀ ਏ ਤੇ ਬਾਪ ਆਖਦੇ ਸਨ, ਇਹ ਤੁਹਾਡੇ ਆਰਗਨਸ ਪੁਰਾਣੇ ਹੋ ਗਏ ਸਨ, ਇਸ ਲਈ ਤਕਲੀਫ ਹੁੰਦੀ ਹੈ। ਇਸ ਵਿੱਚ ਬਾਬਾ ਮਦਦ ਕਰੇ, ਇਹ ਕਦੀ ਉਮੀਦ ਨਹੀਂ ਰੱਖਣੀ। ਦਵਾਲਾ ਨਿਕਲਿਆ, ਬਿਮਾਰ ਹੋਇਆ, ਬਾਪ ਕਹਿਣਗੇ
ਇਹ ਤੁਹਾਡਾ ਹੀ ਹਿਸਾਬ ਕਿਤਾਬ ਸਨ। ਹਾਂ, ਫਿਰ ਵੀ ਯੋਗ ਤੋਂ ਆਯੂ ਤੋਂ ਵੱਧ ਸਕਦੀ ਏ। ਤੁਹਾਨੂੰ ਹੀ ਫਾਇਦਾ ਹੈ। ਆਪਣੀ ਮਿਹਨਤ ਕਰੋ, ਕਦੇ ਕਿਰਪਾ ਨਹੀਂ ਮੰਗੋ। ਬਾਪ ਜੀ ਦੀ ਯਾਦ ਵਿੱਚ ਹੀ ਕਲਿਆਣ ਸਨ। ਜਿੰਨਾ ਹੋ ਸਕੇ ਯੋਗ ਬਲ ਵਿੱਚ ਰਹਿ ਕੇ ਕਮਾਈ ਕਰੋ। ਗਾਉਂਦੇ ਵੀ ਸਨ, ਮੈਨੂੰ ਪਲਕਾਂ ਵਿੱਚ ਛਿਪਾ ਲਵੋ। ਪ੍ਰਿਯ ਚੀਜ਼ ਨੂੰ ਨੂਰੇ ਰਤਨ ਪਿਆਰੀ ਪਿਆਰੀ ਪ੍ਰਾਣ ਪਿਆਰੀ ਆਖਦੇ ਸਨ। ਇਹ ਬਾਪ ਤੋਂ ਸਭ ਤੋਂ ਪਿਆਰਾ ਹੈ, ਪਰੰਤੂ ਹਣ ਗੁਪਤ, ਇਸ ਲਈ ਲਵ ਪੂਰਾ ਠਹਿਰਦਾ ਨਹੀਂ ਤਾਂ ਉਸ ਦੇ ਲਈ ਲਵ ਇੰਨਾ ਹੋਣਾ ਚਾਹੀਦਾ ਹੈ ਜਿਹੜੀ ਗੱਲ ਵੀ ਨਾ ਪੁੱਛੋ। ਬੱਚਿਆਂ ਨੂੰ ਤਾਂ ਬਾਪ ਪਲਕਾਂ ਵਿੱਚ ਛਿਪਾ ਲੈਂਦੇ ਸਨ। ਪਲਕਾਂ ਕੋਈ ਇਹ ਅੱਖਾਂ ਨਹੀਂ, ਇਹ ਤਾਂ ਬੁੱਧੀ ਦੀ ਯਾਦ ਰੱਖਣੀ ਏ। ਇਹ ਗਿਆਨ ਸਾਨੂੰ ਕੌਣ ਦੇ ਰਿਹਾ ਸਨ? ਮੋਸਟ ਬਿਲਵਡ ਨਿਰਾਕਾਰ ਬਾਪ, ਜਿਸ ਦੀ ਮਹਿਮਾ ਅਪਰੰਪਾਰ ਸਨ। ਪਤਿਤ ਪਾਵਨ ਗਿਆਨ ਦਾ ਸਾਗਰ, ਸੁਖ ਦਾ ਸਾਗਰ, ਉਸ ਨੂੰ ਹੀ ਫਿਰ ਸਰਵਵਿਆਪੀ ਆਖਦੇ ਹਨ। ਤਾਂ ਫਿਰ ਹਰ ਮਨੁੱਖ ਗਿਆਨ ਦਾ ਸਾਗਰ, ਸੁਖ ਦਾ ਸਾਗਰ ਹੋਣਾ ਚਾਹੀਦਾ ਹੈ ਜੇਕਰ ਉਸ ਨੂੰ ਸਰਵਵਿਆਪੀ ਕਹਾਂਗੇ। ਪਰੰਤੂ ਨਹੀਂ, ਹਰ ਆਤਮਾ ਨੂੰ ਆਪਣਾ ਵਿਨਾਸ਼ੀ ਪਾਰਟ ਮਿਲਿਆ ਹੋਇਆ ਸਨ। ਇਹ ਬੜੀਆਂ ਗੁਪਤ ਗੱਲਾਂ ਸਨ। ਪਹਿਲਾਂ ਤੁਹਾਨੂੰ ਸਭ ਨੂੰ ਬਾਪ ਦਾ ਪਰਿਚੈ ਦੇਣਾ ਹੈ। ਪਰ ਲੌਕਿਕ ਬਾਪ ਸਵਰਗ ਦੀ ਰਚਨਾ ਰਚਦੇ ਸਨ। ਸਤਯੁਗ ਸੱਚਖੰਡ ਵਿੱਚ ਦੇਵੀ ਦੇਵਤਾਵਾਂ ਦਾ ਵਾਸ ਹੈ। ਜੋ ਨਵੀਂ ਦੁਨੀਆ ਬਾਪ ਰਚਦੇ ਸਨ। ਕਿਵੇਂ ਰਚਦੇ ਸਨ ਸੋ ਤੁਸੀਂ ਬੱਚੇ ਹੀ ਜਾਣਦੇ ਹੋ। ਆਖਦੇ ਸਨ, ਮੈਂ ਅੰਧਾ ਹੀ ਹਾਂ ਪਤਿਤਾਂ ਨੂੰ ਪਾਵਨ ਬਣਾਉਣ ਦੇ ਲਈ। ਬਾਪ ਆਖਦੇ ਹਨ, ਮੈਂ ਤੁਹਾਡੇ ਦੁਆਰਾ ਤੁਹਾਨੂੰ ਸਭ ਕੁਛ ਜਾਣ ਵਾਣੀ ਸਭ ਦੇਣ ਲਈ ਆਇਆ ਹਾਂ। ਉਹ ਲੋਕ ਸਾਧਨਾ ਆਦਿ ਕਰਦੇ ਹਨ ਪਰਮਾਤਮਾ ਨੂੰ ਮਿਲਣ ਦੇ ਲਈ। ਅਨੇਕ ਪ੍ਰਕਾਰ ਦੇ ਹਠ ਯੋਗ ਆਦਿ ਸਿੱਖਦੇ ਹਨ। ਇੱਥੇ ਤਾਂ ਬਸ ਇੱਕ ਬਾਪ ਨੂੰ ਹੀ ਯਾਦ ਕਰਨਾ ਹੈ। ਮੁਖ ਤੋਂ ਸ਼ਿਵ ਸ਼ਿਵ ਨਹੀਂ ਕਹਿਣਾ। ਇਹ ਬੁੱਧੀ ਦੀ ਯਾਤਰਾ ਸਨ। ਜਿੰਨਾ ਯਾਦ ਕਰੋਗੇ ਉਨਾ ਰੁਦਰਮਾਲਾ ਦਾ ਦਾਣਾ ਵੀ ਬਣੋਗੇ। ਸ਼ਿਵ ਬਾਬਾ ਦੇ ਗਲੇ ਦਾ ਹਾਰ ਬਣਨਾ ਜਾਂ ਰੁਦਰਮਾਲਾ ਦੇ ਨਜ਼ਦੀਕ ਆਣਾ, ਇਸ ਨੂੰ ਹੀ ਰੇਸ ਕਿਹਾ ਜਾਂਦਾ ਏ। ਬਾਪ ਆਖਦੇ ਸਨ, ਹੁਣ ਤੁਹਾਡਾ ਹੀਰੇ ਜਿਹਾ ਜਨਮ ਹੈ। ਮੇਰੇ ਲਾਡਲੇ ਬੱਚੋਂ, ਨੀਂਦ ਨੂੰ ਜਿੱਤਣ ਵਾਲੇ ਬੱਚੋਂ, ਘੱਟ ਤੋਂ ਘੱਟ 8 ਘੰਟੇ ਮੇਰੀ ਯਾਦ ਵਿੱਚ ਰਹੋ। ਹੁਣ ਉਹੀ ਅਵਸਥਾ ਆਈ ਨਹੀਂ ਹੈਗੀ। ਚਾਰਟ ਰੱਖੋ, ਅਸੀਂ ਸਾਰੇ ਦਿਨ ਵਿੱਚ ਕਿੱਡਾ ਸਮਾਂ ਯਾਦ ਵਿੱਚ ਰਹਿੰਦੇ ਹਾਂ। ਕਿੱਥੇ ਖੜੇ ਤੋਂ ਨਹੀਂ ਹੋ ਜਾਂਦੇ। ਬਾਪ ਜੀ ਨੂੰ ਯਾਦ ਕਰਨ ਤੋਂ ਹੀ ਵਰਸਾ ਬੁੱਧੀ ਵਿੱਚ ਆਵੇਗਾ। ਨੰਬਰ 1 ਹਨ ਬਾਪ ਦਾ ਸਥਾਪਨ ਕੀਤਾ ਹੋਇਆ ਸਵਰਗ। ਬਾਪ ਰਾਜਯੋਗ ਸਿਖਾ ਕੇ ਸਵਰਗ ਦਾ ਮਾਲਿਕ ਬਣਾਉਂਦੇ ਸਨ। ਹੁਣ ਬਾਪ ਆਖਦੇ ਸਨ, ਬੱਚੇ ਹੋਰ ਸਭ ਨੂੰ ਸੰਗ ਛੋੜ ਕੇ ਇੱਕ ਮੇਰੇ ਤੋਂ ਹੀ ਸੁਣੋ। ਪਹਿਲਾ ਨਿਸ਼ਚੈ ਚਾਹੀਦਾ ਹੈ, ਮੈਂ ਤੁਹਾਡਾ ਉਹੀਓ ਬਾਪ ਹਾਂ। ਮੈਂ ਤੁਹਾਨੂੰ ਫਿਰ ਤੋਂ ਸਾਰੇ ਵੇਦਾਂ ਸ਼ਾਸਤਰਾਂ ਦਾ ਸਾਰ ਸੁਣਾਨਾ ਹਾਂ। ਇਹ ਗਿਆਨ ਤਾਂ ਬਾਪ सम्मुख ਦਿੰਦੇ ਹਨ। ਫਿਰ ਤਾਂ ਵਿਨਾਸ਼ ਹੋ ਜਾਂਦਾ ਹੈ। ਫਿਰ ਜਬ ਦੁਆਪਰ ਵਿੱਚ ਖੋਜਦੇ ਸਨ, ਫਿਰ ਉਹੀਓ ਗੀਤਾ ਸ਼ਾਸਤਰ ਆਦਿ ਨਿਕਲ ਜਾਂਦੇ ਸਨ। ਭਗਤੀ ਮਾਰਗ ਦੇ ਲਈ ਜ਼ਰੂਰ ਉਹੀਓ ਸਮੱਗਰੀ ਚਾਹੀਦੀ ਏ ਜੋ ਹੁਣ ਤੁਸੀਂ ਵੇਖਦੇ ਹੋ। ਔਰਾਂ ਦਾ ਗਿਆਨ ਤਾਂ ਪਰੰਪਰਾ ਚਲਿਆ ਆਂਦਾ ਹੈ। ਇਹ ਗਿਆਨ ਤਾਂ ਇੱਥੇ ਹੀ ਖਤਮ ਹੋ ਜਾਂਦਾ ਹੈ। ਬਾਅਦ ਵਿੱਚ ਜਦੋਂ ਖੋਜਦੇ ਸਨ ਤਾਂ ਇਹੀਓ ਸ਼ਾਸਤਰ ਆਦਿ ਹੱਥ ਵਿੱਚ ਆਉਂਦੇ ਸਨ। ਇਸ ਲਈ ਇਸ ਨੂੰ ਅਨਾਦਿ ਆਖਦੇ ਸਨ। ਹੁਣ ਮੈਂ ਆ ਕੇ ਤੁਹਾਨੂੰ ਸਾਰੇ ਵੇਦਾਂ ਸ਼ਾਸਤਰਾਂ ਦਾ ਸਾਰ ਸੁਣਾਨਾ ਹਾਂ। ਤੁਸੀਂ ਹੁਣ ਹੋ ਰੂਹਾਨੀ ਸੋਸ਼ਲ ਸੈਲਵੇਸ਼ਨ ਆਰਮੀ। ਤੁਹਾਡੀ ਗੁਪਤ ਸੈਨਾ ਹੈ। ਸਥੂਲ ਹਥਿਆਰ ਆਦਿ ਤੁਹਾਡੇ ਕੋਲ ਨਹੀਂ ਹੈਗੇ। ਇਹ ਗਿਆਨ ਦੇ ਵਾਣ, ਗਿਆਨ ਦੀ ਕਟਾਰੀ ਦੀ ਗੱਲ ਏ। ਮਿਹਨਤ ਹੈ ਪਵਿੱਤਰਤਾ ਦੀ। ਬਾਪ ਤੋਂ ਪੂਰੀ ਪ੍ਰਤਿੱਗਿਆ ਕਰਨੀ ਹੈ, ਬਾਬਾ ਅਸੀਂ ਪਵਿੱਤਰ ਬਣ ਕੇ ਸਵਰਗ ਦਾ ਵਰਸਾ ਜ਼ਰੂਰ ਲਵਾਂਗੇ। ਵਰਸਾ ਬੱਚਿਆਂ ਨੂੰ ਹੀ ਮਿਲਦਾ ਸਨ। ਬਾਪ ਆ ਕੇ ਆਸ਼ੀਰਵਾਦ ਦਿੰਦੇ ਸਨ। ਮਾਇਆ ਰਾਵਣ ਤਾਂ ਫਿਰ ਸ਼ਰਾਪਿਤ ਕਰ ਦਿੰਦੀ ਏ। ਤਾਂ ਮੋਸਟ ਬਿਲਵਡ ਬਾਪ ਦੇ ਨਾਲ ਕਿੰਨਾ ਲਵ ਹੋਣਾ ਚਾਹੀਦਾ ਏ। ਬੱਚਿਆਂ ਦੀ ਨਿਸ਼ਕਾਮ ਸੇਵਾ ਕਰਦੇ ਸਨ।
ਪਤਿਤ ਦੁਨੀਆ ਪਤਿਤ ਸਰੀਰ ਵਿੱਚ ਆ ਕੇ ਤੁਸੀਂ ਬੱਚਿਆਂ ਨੂੰ ਹੀਰੇ ਜਿਹਾ ਬਣਾਉਂਦੇ ਹਨ। ਖੁਦ ਨਿਰਵਾਣ ਧਾਮ ਵਿੱਚ ਬਹਿ ਜਾਂਦੇ ਸਨ। ਇਸ ਸਮੇਂ ਤੁਹਾਡੀ ਸਭ ਦੀ ਵਾਨਪ੍ਰਸਥ ਅਵਸਥਾ ਸਨ। ਇਸ ਲਈ ਬਾਬਾ ਆਏ ਸਨ ਸਭ ਦੀ ਜੋਤ ਜਗਾਉਣ ਦੇ ਲਈ। ਜੋਤੀ ਜਗ ਜਾਂਦੀ ਏ ਤੇ ਸਭ ਮਿੱਠੇ ਬਣ ਜਾਂਦੇ ਸਨ। ਬਾਬਾ ਜਿਹਾ ਮਿੱਠਾ ਬਣਨਾ ਬਹੁਤ ਮੁਸ਼ਕਿਲ ਕੰਮ ਹੈ। ਗਾਉਂਦੇ ਵੀ ਸਨ, ਕਿੰਨਾ ਮਿੱਠਾ ਕਿੱਡਾ ਪਿਆਰਾ ਸ਼ਿਵ ਭੋਲਾ ਭਗਵਾਨ। ਲੇਕਿਨ ਬਾਬਾ ਕਿੰਨਾ ਨਿਰੰਕਾਰੀ ਵੀ ਹੈ। ਤੁਹਾਡੇ ਬੱਚਿਆਂ ਦੀ ਸੇਵਾ ਕਰਨ ਦੇ ਲਈ ਆਉਂਦੇ ਸਨ। ਤੁਸੀਂ ਬੱਚਿਆਂ ਨੂੰ ਵੀ ਇੰਨਾ ਰਿਟਰਨ ਸੇਵਾ ਕਰਨੀ ਚਾਹੀਦੀ ਏ। ਇਹ ਹੌਸਪੀਟਲ ਘੱਟ, ਯੂਨੀਵਰਸਿਟੀ ਘਰ ਘਰ ਹੋਣੀ ਚਾਹੀਦੀ ਏ। ਜਿਵੇਂ ਘਰ ਘਰ ਮੰਦਿਰ ਬਣਾਉਂਦੇ ਸਨ, ਤੁਸੀਂ ਬੱਚੀਆਂ 21 ਜਨਮਾਂ ਦੇ ਲਈ ਹੈਲਥ ਵੈਲਥ ਦਿੰਦੀਆਂ ਹੋ, ਸੋ ਵੀ ਸ਼੍ਰੀਮਤ 'ਤੇ। ਤੁਸੀਂ ਬੱਚਿਆਂ ਨੂੰ ਵੀ ਸ਼੍ਰੀਮਤ 'ਤੇ ਚੱਲਣਾ ਸਨ। ਕਿੱਥੇ ਆਪਣੀ ਮਤ ਵਿਖਾਈ ਤਾਂ ਤਕਦੀਰ ਨੂੰ ਲਕੀਰ ਲੱਗ ਜਾਵੇਗੀ। ਕਿਸੇ ਨੂੰ ਦੁੱਖ ਨਾ ਦਿਓ। ਜਿਵੇਂ ਮਹਾਰਥੀ ਬੱਚੇ ਸਰਵਿਸ ਕਰ ਰਹੇ ਸਨ, ਉਵੇਂ ਫਾਲੋ ਕਰੋ। ਤਖਤ ਨਸ਼ੀਨ ਬਣਨ ਦਾ ਪੁਰਸ਼ਾਰਥ ਕਰੋ। ਅੱਛਾ, ਮਿੱਠੇ ਮਿੱਠੇ ਸਿੱਕਿਲ ਦੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਜੀ ਦਾ ਯਾਦ ਪਿਆਰ ਅਤੇ ਗੁੱਡ ਮਾਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ। ਰੂਹਾਨੀ ਬੱਚਿਆਂ ਦੀ ਰੂਹਾਨੀ ਬਾਪ ਦਾਦਾ ਨੂੰ ਦਿਲ ਅਤੇ ਜਾਨ, ਸਿੱਖ ਅਤੇ ਪ੍ਰੇਮ ਨਾਲ ਨਮਸਤੇ 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 ਜੀ। ਧਾਰਨਾ ਦੇ ਲਈ ਮੁੱਖ ਸਾਰ ਹੈ। ਬਾਪ ਸਮਾਨ ਨਿਰਅਹੰਕਾਰੀ ਬਣ ਸੇਵਾ ਕਰਨੀ ਸਨ। ਬਾਪ ਜੀ ਦੀ ਜਿਹੜੀ ਸੇਵਾ ਲੈ ਰਹੇ ਹੋ, ਉਸ ਦਾ ਦਿਲ ਤੋਂ ਰਿਟਰਨ ਦੇਣਾ ਹੈ। ਬਹੁਤ ਮਿੱਠਾ ਬਣਨਾ ਹੈ। ਚਲਦਿਆਂ ਫਿਰਦਿਆਂ ਆਪਣਾ ਸਮਾਂ ਨਹੀਂ ਗਵਾਉਣਾ। ਸ਼ਿਵ ਬਾਬਾ ਦੇ ਗਲੇ ਦਾ ਹਾਰ ਬਣਨ ਦੇ ਲਈ ਰੇਸ ਵੀ ਜ਼ਰੂਰ ਕਰਨੀ ਸਨ। ਦੇਹ ਵੀ ਯਾਦ ਨਾ ਪਵੇ, ਇਸ ਦਾ ਅਭਿਆਸ ਕਰੋ। ਅੱਜ ਦਾ ਵਰਦਾਨ ਹੈ, ਡਰਾਮਾ ਦੇ ਹਰ ਰਾਜ ਨੂੰ ਜਾਣ। ਸਦਾ ਖੁਸ਼ ਰਾਜ਼ੀ ਰਹਿਣ ਵਾਲੇ ਨੌਲੇਜਫੁੱਲ ਤਿਰਕਾਲ ਦਰਸ਼ੀ ਭਵ। ਜਿਹੜੇ ਬੱਚੇ ਨੌਲੇਜਫੁੱਲ ਤਿਰਕਾਲਦਰਸ਼ੀ ਸਨ, ਉਹ ਕਦੇ ਵੀ ਨਾਰਾਜ਼ ਨਹੀਂ ਹੋ ਸਕਦੇ। ਪਰ ਕੋਈ ਗਾਲੀ ਵੀ ਦੇਵੇ, ਇਨਸਲਟ ਵੀ ਕਰ ਦੇਵੇ ਤਾਂ ਵੀ ਰਾਜੀ। ਕਿਉਂਕਿ ਡਰਾਮਾ ਦੇ ਹਰ ਰਾਜ ਨੂੰ ਜਾਣਨ ਵਾਲੇ ਨਾਰਾਜ਼ ਨਹੀਂ ਹੁੰਦੇ। ਨਾਰਾਜ਼ ਉਹ ਹੁੰਦੇ ਸਨ ਜੋ ਰਾਜ ਨੂੰ ਨਹੀਂ ਜਾਣਦੇ। ਇਸ ਲਈ ਸਦਾ ਇਹ ਸਮ੍ਰਿਤੀ ਰੱਖੋ, ਭਗਵਾਨ ਬਾਪ ਦੇ ਬੱਚੇ ਬਣ ਕੇ ਵੀ ਰਾਜ਼ੀ ਨਹੀਂ ਹੋਵਾਂਗੇ ਤਾਂ ਕੌਣ ਹੋਵੇਗਾ? ਕਦੋਂ ਹੋਵਾਂਗੇ? ਤਾਂ ਹੁਣ ਜਿਹੜੇ ਖੁਸ਼ ਵੀ ਹਨ, ਰਾਜੀ ਵੀ ਹਨ, ਉਹੀਓ ਬਾਪ ਦੇ ਸਮੀਪ ਅਤੇ ਸਮਾਨ ਸਨ। ਸਲੋਗਨ ਹੈਗਾ, ਜੋ ਵਿਅਰਥ ਤੋਂ ਇਨੋਸੈਂਟ ਰਹਿੰਦੇ ਸਨ, ਉਹੀਓ ਸੱਚੇ ਸੈਂਟ ਅਰਥਾਤ ਮਹਾਤਮਾ ਸਨ। ਜੋ ਵਿਅਰਥ ਤੋਂ ਇਨੋਸੈਂਟ ਰਹਿੰਦੇ ਸਨ, ਉਹੀਓ ਸੱਚੇ ਸੈਂਟ ਅਰਥਾਤ ਮਹਾਤਮਾ ਸਨ। ਓਮ ਸ਼ਾਂਤੀ।